ਕਾਗਾ ਕਰੰਗੇ ਡੰਡੋਲਿਆ, ਸਗਲਾ ਖਾਇਆ ਮਾਸ। ਇਹ ਦੋਏ ਨੈਣਾ ਮਤ ਛੋਇਓ, ਫਿਰ ਦੇਖਨ ਕੀ ਆਸ। ਭਗਤਮਾਲ ਤੇ ਇਤਿਹਾਸਕਾਰਾਂ ਨੇ ਇਹਨਾਂ ਸ਼ਲੋਕਾਂ ਦੇ ਨਾਲ ਆਪਣੇ ਢੰਗ ਦੀਆਂ ਸਾਖੀਆਂ ਜੋੜੀਆਂ ਨੇ, ਪਰ ਜੋ ਹਕੀਕਤ ਹੈ ਉਹ ਇਹ ਹੈ, ਉਮਰ ਨੇ, ਵਕਤ ਨੇ ਸਾਰੇ ਸਰੀਰ ਨੂੰ ਢਾ ਲਾ ਦਿੱਤੀ ਹੈ। ਹਰ ਇੰਦਰਾ ਕਮਜ਼ੋਰ ਹੋ ਗਿਆ ਹੈ, ਕੰਨ ਸੁਣਨੋਂ ਰਹਿ ਗਏ ਨੇ, ਜ਼ਬਾਨ ਤੋਂ ਹੁਣ ਸਹੀ ਬੋਲ ਨਹੀਂ ਨਿਕਲਦਾ, ਚੇਤੇ ਸ਼ਕਤੀ ਵੀ ਕਮਜ਼ੋਰ ਹੋ ਗਈ, ਸੋਚਣਾ ਵੀ ਰਹਿ ਗਿਆ ਹੈ, ਹੱਥਾਂ ਦੀ ਸ਼ਕਤੀ ਵੀ ਰਹਿ ਗਈ ਹੈ, ਪੈਰਾਂ ਦੀ ਚੱਲਣ ਦੀ ਸਮਰੱਥਾ ਵੀ ਜਾਂਦੀ ਰਹੀ ਹੈ। ਬਾਬਾ ਫਰੀਦ ਇੱਕ ਤਰਲਾ ਲੈਂਦੇ ਨੇ, ਐ ਉਮਰ, ਐ ਸਮਾਂ, ਐ ਵਿਕਾਰੋ, ਮੇਰੀਆਂ ਅੱਖਾਂ ਨੂੰ ਕਮਜ਼ੋਰ ਨਾ ਕਰਨਾ, ਮੇਰੀ ਅੱਖਾਂ ਦੀ ਜੋਤ ਨਾ ਲੈ ਜਾਣਾ, ਕਿਉਂਕਿ ਅਜੇ ਤੱਕ ਮੈਂ ਖੁਦਾ ਨੂੰ ਨਹੀਂ ਵੇਖਿਆ, ਅਜੇ ਤੱਕ ਮੈਂ ਉਸ ਦੀ ਝਲਕ ਨੂੰ ਨਹੀਂ ਵੇਖਿਆ। ਬਾਕੀ ਸਭ ਕੁਝ ਜਾਣਦਾ ਹੈ ਤੇ ਜਾਣ ਦਿਓ, ਇਹ ਅੱਖਾਂ ਮੇਰੀਆਂ ਰਹਿਣ ਦਿਓ, ਤਾਂ ਕਿ ਜਿਸ ਲਈ ਇਹ ਅੱਖਾਂ ਨੇ ਉਹਨਾਂ ਨੂੰ ਵੇਖ ਕੇ ਹੀ ਮੇਰੀਆਂ ਅੱਖਾਂ ਬੰਦ ਹੋਵਨ, ਤਾਂ ਕਿ ਉਸ ਨੂੰ ਮੈਂ ਆਪਣੀ ਅੱਖਾਂ ਵਿੱਚ ਵਸਾ ਕੇ ਲੈ ਜਾਵਾਂ। ਇਸ ਤਰ੍ਹਾਂ ਦਾ ਇੱਕ ਤਰਲਾ ਬਾਬਾ ਫਰੀਦ ਇਸ ਸ਼ਲੋਕ ਦੇ ਰਾਹੀਂ ਖੁਦਾ ਦੇ ਸਾਹਮਣੇ ਰੱਖ ਰਹੇ ਨੇ। ਕਾਗਾ ਚੂੰਡ ਨਾ ਪਿੰਜਰਾ, ਬਸੇ ਤਾਂ ਉੱਡਰੇ ਜਾਏ, ਜਿਤ ਪਿੰਜਰੇ ਮੇਰਾ ਸੋ ਵਸੇ, ਮਾਸ ਨਾ ਤਿੱਦੂ ਖਾਏ। ਐ ਵਿਕਾਰਾਂ ਦੇ ਕਊਏ, ਤੂੰ ਹੁਣ ਮੇਰੇ ਪਿੰਜਰ ਨੂੰ ਹੋਰ ਨਾ ਚੂੰਡ, ਹੁਣ ਤੇ ਸਿਰਫ ਮੇਰੇ ਕੋਲ ਹਿਰਦਾ ਹੀ ਰਹਿ ਗਿਆ ਹੈ, ਬਾਕੀ ਤੇ ਸਰੀਰ ਦੀ ਸੱਤਿਆ ਜਾਂਦੀ ਰਹੀ, ਹੁਣ ਤੇ ਹਿਰਦੇ ਵਿੱਚ ਥੋੜੀ ਜਿਹੀ ਉਸ ਦੀ ਯਾਦ ਹੀ ਰਹਿ ਗਈ ਹੈ, ਬਾਕੀ ਤੇ ਇਸ ਪਿੰਜਰ ਵਿੱਚ ਕੁਝ ਵੀ ਨਹੀਂ ਰਿਹਾ, ਸਿਰਫ ਯਾਦ ਤੋਂ ਬਿਨਾ ਹੁਣ ਹੋਰ ਤੇ ਕੁਝ ਵੀ ਨਹੀਂ। ਤੂੰ ਕਿਧਰੇ ਮੇਰੇ ਹਿਰਦੇ ਨੂੰ ਨਾ ਚੂੰਡਣ ਲੱਗ ਪਈ, ਕਿਉਂਕਿ ਇਸ ਹਿਰਦੇ ਵਿੱਚ ਉਹ ਵਸਿਆ ਹੋਇਆ ਹੈ, ਤੇ ਜੇ ਹਿਰਦੇ ਨੂੰ ਤੂੰ ਚੂੰਡਣਾ ਸ਼ੁਰੂ ਕੀਤਾ ਤੇ ਉੱਡ ਜਾਏਗਾ, ਉਹ ਨਹੀਂ ਰਹੇਗਾ, ਬਸੇ ਤਾਂ ਉੱਡਰ ਜਾਏ। ਇਸ ਵਾਸਤੇ ਐ ਵਿਕਾਰ, ਤੂੰ ਮੇਰੇ ਹਿਰਦੇ 'ਚ ਪ੍ਰਵੇਸ਼ ਨਾ ਕਰੀ, ਮੈਂ ਹਿਰਦੇ ਦੀ ਸੇਜਾ ਕਿਸੇ ਹੋਰ ਲਈ ਵਿਛਾਈ ਹੈ, ਇਹ ਹਿਰਦੇ ਦਾ ਸਿੰਘਾਸਣ ਕਿਸੇ ਹੋਰ ਲਈ ਹੈ। ਐ ਕਊਏ, ਤੂੰ ਇਸ ਵਿੱਚ ਪ੍ਰਵੇਸ਼ ਨਾ ਕਰੀ, ਤੂੰ ਇਸ ਨੂੰ ਨਾ ਠੂੰਗਾ ਮਾਰੀ, ਨਾ ਚੂੰਡੀ, ਜਿਤ ਪਿੰਜਰੇ ਮੇਰਾ ਸੋ ਵਸੇ, ਮਾਸ ਨਾ ਤਿੱਦੋਂ ਖਾਏ। ਜਿਸ ਹਿਰਦੇ ਵਿੱਚ ਉਹ ਪਰਿਪੂਰਨ ਪ੍ਰਮਾਤਮਾ ਰਹਿੰਦਾ ਹੈ, ਜਿਸ ਦੀ ਯਾਦ ਨੂੰ ਮੈਂ ਟਿਕਾ ਕੇ ਰੱਖਿਆ ਹੈ, ਤੂੰ ਨਾ ਚੂੰਡ, ਤੂੰ ਨਾ ਖਾਵੀਂ। ਫਰੀਦਾ ਗੋਰ ਨਿਮਾਣੀ ਛੱਡ ਕਰੇ, ਨਿਘਰਿਆਂ ਘਰ ਆਓ, ਸਰ ਪਰ ਮੈਥੇ ਆਵਣਾ, ਮਰਣੋਂ ਨਾ ਡਰਿਆ। ਬਾਬਾ ਫਰੀਦ ਇਸ ਤਨ ਨੂੰ ਉਪਦੇਸ਼ ਦੇ ਕੇ ਕਹਿ ਰਹੇ ਨੇ, ਨਿਮਾਣੀ ਕਬਰ ਆਵਾਜ਼ਾਂ ਪਈ ਮਾਰਦੀ ਹੈ, ਐ ਸ਼ਰੀਰ ਤੇਰਾ ਘਰ ਕਬਰ ਹੀ ਹੈ, ਪਰ ਸ਼ਰੀਰ ਦਾ ਘਰ ਕਬਰ ਹੈ, ਰੂਹ ਦਾ ਘਰ ਖੁਦਾ ਹੈ। ਸ਼ਰੀਰ ਕਬਰ ਤੱਕ ਪਹੁੰਚੇ, ਉਸ ਤੋਂ ਪਹਿਲੇ ਰੂਹ ਖੁਦਾ ਤੱਕ ਪਹੁੰਚੇ, ਤਾਂ ਹੀ ਯਾਤਰਾ ਸਫਲ ਹੈ, ਤਾਂ ਹੀ ਸੰਸਾਰ ਤੇ ਆਉਣਾ ਸਫਲ ਹੈ।
लेकिन मनुख की कोशिश है न शरीर कब्र तक पहुंचे न रूह खुदा तक पहुंचे। पूरा यतनशील है मनुख इस शरीर कब्र तक ना पहुंचे, और इसकी तर्ज जिंदगी भी ऐसी है कि रूह भी खुदा तक ना पहुंचे। पर एक दिन ऐसा होंदा है शरीर ते कब्र दे च पहुंच जाता है, प्रकृति पहुंचा देंदी है। रूह खुदा तक पहुंचे इहदे लई मनुख दी साधना, सत्संग, रियाजत, तपस्या, साधना, फिर गुरु बख्शिश, प्रभु बख्शिश, ये सब कुछ किधरे इकट्ठा होवे तां जाके किधरे रूह खुदा दे घर पहुंचदी है। तन शमशान तक पहुंचे, उस तो पहले ही मन भगवान तक पहुंचे तां ही यात्रा सफल है, वरना जिंदगी व्यर्थ है। बाबा फरीद इस ढंग नाल समझा रहे ने कि निमाणी कबर आवाजां पई मारदी है, ऐ निथावें शरीर अपने घर दे चा, आखिर एक दिन तू घर दे च ते आना ही है। आखिर एक दिन ते तू मेरे कोल आना ही है, कब्र कह रही है। तो फिर मौत तो डर क्यों? आखिर ते आना है, इत्थे ही वसेब है, इत्थे ही तो टिकना है। तो फिर मौत दा डर क्यों? मौत तो ना डर। इन्नी लोहनी देखदियां खेती चल गई, फरीदा लोकां आपो अपनी, मैं अपनी पई। मैं इन्हां ना अखां नाल देखदियां देखदियां कईयां नूं कबरां दे पूरत होंदा वेख्या, कईयां दी कबरां बनदियां देखियां ने, जिवें सारा जगत कबर दी तरफ जा रहा है। लोगां नूं आपो अपनी पई है, शरीर कबर तक ना पहुंचे, और शरीर नूं नित नवें पदार्थ मिलदे रहन। लोगां नूं इस तरह दी पई हुई है, और अपनियां भाजड़ां दे च पए ने। बाबा फरीद कहंदे मैनूं अपनी भाजड़ पई हुई है कि शरीर कब्र तक पहुंचे, उस तो पहले रूह खुदा तक पहुंचे। मैनूं अपनी पई है। दुनिया नूं अपनियां समस्यावां, मैनूं अपनी समस्या, उन्हां दी अपनियां औकड़ां, मेरी अपनी औकड़। उन्हां दी औकड़ है कि शरीर कब्र तक जाए ही ना, तन दी कब्र बने ही ना, और सदीवी पदार्थ मिलदे रहन, सदीवी जवानी बनी रहे, सदीवी जोबन बनया रहे। बाबा फरीद कहंदे मेरी ते मंग नहीं, मैनूं अपनी पई है। जांदा है शरीर कब्र दे जावे, आखिर उसदा घर है, पर शरीर कब्र तक पहुंचे उस तो पहले रूह खुदा तक पहुंचे। बस मैनूं ये पई हुई है, मैं इस दे पिछे पिया होया। लड़ीवार इस श्लोक ने तो किस तरह जिंदगी सवर सकती है, किस तरह कब्र तो पहले खुदा तक पहुंचया जा सकता है। तो आप कहंदे ने, आप सवारे मैं मिले, मैं मिलिया सुख होए। फरीदा जे तू मेरा होए रहे, सब जग तेरा होए। सवरियां हुई वस्तुआं, सवरे हुए मकान, सवरिया होया साजो समान मनुख नूं चंगा लगदा है। सवरिया होया मनुख खुदा नूं चंगा लगदा है। बेतरतीबी जिथे मनुख नूं भी नहीं चंगी लगदी, घर दा साजो समान बेतरतीब है,
ਤਨ ਦੇ ਕੱਪੜੇ ਬੇਤਰਤੀਬ ਨੇ। ਇਹ ਬੇਤਰਤੀਬੀ ਅਖਰ ਦੀ ਹੈ, ਚੰਗੀ ਨਹੀਂ ਲੱਗਦੀ। ਪਰ ਜੀਵਨ ਬੇਤਰਤੀਬ ਹੈ, ਬੋਲਣਾ ਬੇਤਰਤੀਬ ਹੈ, ਸੁਣਨਾ ਬੇਤਰਤੀਬ ਹੈ, ਉੱਠਣਾ ਬੇਤਰਤੀਬ ਹੈ, ਬੈਠਣਾ ਬੇਤਰਤੀਬ ਹੈ, ਚੱਲਣਾ ਬੇਤਰਤੀਬ ਹੈ, ਖਾਣਾ ਬੇਤਰਤੀਬ ਹੈ, ਪੀਣਾ ਬੇਤਰਤੀਬ ਹੈ ਔਰ ਸੌਣਾ ਵੀ ਬੇਤਰਤੀਬ ਹੈ। ਇਸ ਤਰ੍ਹਾਂ ਦੀ ਜ਼ਿੰਦਗੀ ਖੁਦਾ ਨੂੰ ਚੰਗੀ ਨਹੀਂ ਲੱਗਦੀ। ਤਾਂ ਫਰੀਦ ਕਹਿੰਦੇ ਨੇ ਕਿ ਖੁਦਾ ਹੀ ਕਹਿ ਰਿਹਾ ਹੈ, ਐ ਫਰੀਦ ਜੇ ਤੂੰ ਆਪਣੇ ਆਪ ਨੂੰ ਸੰਵਾਰ ਲਵੇਂ ਤੇ ਮੈਨੂੰ ਮਿਲ ਲਵੇਂਗਾ, ਮੇਰੀ ਤੈਨੂੰ ਪ੍ਰਾਪਤੀ ਹੋ ਜਾਏਗੀ। ਆਪ ਸਵਾਰੇ ਮੈਂ ਮਿਲਿਆ ਸੁਖ ਹੋਵੇ, ਮੈਨੂੰ ਮਿਲਦਿਆਂ ਹੀ ਤੈਨੂੰ ਸੁਖ ਦੀ ਪ੍ਰਾਪਤੀ ਹੋਵੇਗੀ। ਤੇ ਦੇਖ ਫਰੀਦਾ, ਜੋ ਤੂੰ ਮੇਰਾ ਹੋਏ ਰਹੇ, ਸਭ ਜਗ ਤੇਰਾ ਹੋਏ। ਜੇ ਇੱਕ ਦਫਾ ਤੂੰ ਮੇਰਾ ਬਣ ਜਾ, ਫਿਰ ਸਭ ਕੁਝ ਤੇਰਾ ਹੈ, ਸਮੂਹ ਬ੍ਰਹਿਮੰਡ ਤੇਰਾ ਹੈ, ਸਭ ਕੁਝ ਤੇਰਾ ਹੈ। ਸਿਰਫ ਇੱਕ ਕੋਸ਼ਿਸ਼ ਕਰ, ਤੂੰ ਮੈਨੂੰ ਹੀ ਆਪਣਾ ਬਣਾਉਣ ਦੀ ਕੋਸ਼ਿਸ਼ ਕਰ। ਮਨੁੱਖ ਸਭ ਕੁਝ ਨੂੰ ਆਪਣਾ ਬਣਾਉਣ ਦੀ ਕੋਸ਼ਿਸ਼ ਕਰਦਾ ਹੈ, ਇੱਕ ਪਰਮਾਤਮਾ ਨੂੰ ਛੋੜ ਕੇ, ਔਰ ਇਸ ਵਾਸਤੇ ਕੁਝ ਵੀ ਆਪਣਾ ਹੋ ਨਹੀਂ ਪਾਉਂਦਾ। ਤੇ ਜੇ ਇੱਕ ਨੂੰ ਆਪਣਾ ਬਣਾ ਲਵੇ ਤਾਂ ਸਭ ਕੁਝ ਆਪਣਾ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਵੀ ਐਸਾ ਕਹਿੰਦੇ ਨੇ, ਇੱਕ ਸੱਜਣ ਸਭ ਸੱਜਣਾ, ਇੱਕ ਵੈਰੀ ਸਭ ਬਾਤ। ਇੱਕ ਨੂੰ ਸੱਜਣ ਬਣਾ, ਸਾਰੇ ਹੀ ਸੱਜਣ ਨੇ, ਇੱਕ ਨਾਲ ਕੋਈ ਸੰਬੰਧ ਨਹੀਂ ਤਾਂ ਸਾਰੇ ਰਿਸ਼ਤੇ ਕੱਚੇ ਨੇ। ਕੰਧੀ ਉੱਤੇ ਰੁਖੜਾ, ਕਿਚਰਕ ਬੰਨੇ ਧੀਰ। ਫਰੀਦਾ ਕੱਚੇ ਭਾਂਡੇ ਰੱਖੀਏ, ਕਿਚਰ ਤਾਈ ਨੀਰ। ਸਰੀਰ ਦਾ ਰੂਪ ਇੰਜ ਪੈ ਬਿਆਨ ਕਰਦੇ ਨੇ, ਅਗਰ ਦਰਖਤ ਦਰਿਆ ਦੇ ਕੰਢੇ ਤੇ ਹੈ ਤਾਂ ਇਹ ਅੱਜ ਗਿਆ ਤੇ ਕੱਲ ਗਿਆ। ਪਤਾ ਨਹੀਂ ਕਦੋਂ ਦਰਿਆ ਦਾ ਪਾਣੀ ਵਧਣਾ ਹੈ, ਉਸਨੇ ਆਪਣੇ ਵੇਗ ਦੇ ਚ ਆਉਣਾ ਹੈ, ਕਦੋਂ ਇਸ ਦੀਆਂ ਜੜਾਂ ਪੁੱਟੀਆਂ ਜਾਣੀਆਂ ਨੇ, ਇਹ ਦਰਖਤ ਬਹਿ ਜਾਏਗਾ। ਕੱਚੇ ਭਾਂਡੇ ਵਿੱਚ ਕਿਤਨੀ ਦੇਰ ਤੱਕ ਪਾਣੀ ਰੱਖਿਆ ਜਾ ਸਕਦਾ ਹੈ? ਆਖਰ ਟੁੱਟਿਆ ਤੇ ਟੁੱਟਿਆ। ਬਸ ਸਰੀਰ ਇਸ ਤਰ੍ਹਾਂ ਹੀ ਹੈ, ਵਕਤੀ ਹੈ, ਆਰਜ਼ੀ ਹੈ, ਸਦੀਵੀ ਨਹੀਂ। ਇਹ ਅੱਜ ਗਿਆ ਤੇ ਕੱਲ ਗਿਆ, ਇਹ ਅੱਜ ਟੁੱਟਿਆ ਤੇ ਕੱਲ ਟੁੱਟਿਆ। ਫਰੀਦਾ ਮਹਿਲ ਨੇ ਸਖਣ ਰਹਿ ਗਏ, ਵਾਸਾ ਆਇਆ ਤਲ। ਗੋਰਾ ਸੇ ਨਿਮਾਣੀਆਂ, ਬੈਸਨ ਰੂਹਾਂ ਮਲ। ਆਖੀ ਸੇਖਾ ਬੰਦਗੀ, ਚੱਲਣ ਅੱਜ ਕੇ ਕੱਲ। ਸਖਣੇ ਰਹਿ ਗਏ ਜ਼ਿੰਦਗੀ ਦੇ ਮਹਿਲ, ਵਾਸਾ ਆ ਗਿਆ ਜ਼ਮੀਨ ਦੇ ਥੱਲੇ, ਕਬਰ ਦੇ ਥੱਲੇ। ਇਹ ਨਿਮਾਣੀਆਂ ਰੂਹਾਂ ਹੁਣ ਕਬਰਾਂ ਨੂੰ ਹੀ ਮਲ ਕੇ ਬੈਠ ਜਾਣਗੀਆਂ। ਇਸਲਾਮੀ ਮਨੌਤ, ਇਸਲਾਮੀ ਧਾਰਨਾ ਕਿ ਕਯਾਮਤ ਤੱਕ ਰੂਹਾਂ ਕਬਰਾਂ ਵਿੱਚ ਪਈਆਂ ਰਹਿਣਗੀਆਂ। ਕਯਾਮਤ ਵਾਲੇ ਦਿਨ ਜਦ ਫਰਿਸ਼ਤੇ ਨੇ ਫਨੀਰੀ ਵਜਾਣੀ ਹੈ, ਰੂਹਾਂ ਖੁਦਾ ਦੇ ਸਾਹਮਣੇ ਪੇਸ਼ ਹੋਣਗੀਆਂ ਤੇ ਉਹਨਾਂ ਦਾ ਕਰਮਾਂ ਦਾ, ਉਹਨਾਂ ਦੇ ਆਮਾਲ ਦਾ ਹਿਸਾਬ ਕਿਤਾਬ ਹੋਵੇਗਾ। ਉਤਨੇ ਚਿਰ ਤੱਕ ਤੇ ਕਬਰਾਂ ਵਿੱਚ ਪਈਆਂ ਰਹਿਣਗੀਆਂ। ਇਸਲਾਮੀ ਧਾਰਨਾ ਨੂੰ ਬਾਬਾ ਫਰੀਦ ਇੰਜ ਬਿਆਨ ਕਰਦੇ ਨੇ, ਪਰ ਸਪਸ਼ਟ ਰੂਪ ਵਿੱਚ ਕਹਿੰਦੇ ਨੇ, ਆਖੀ ਸੇਖਾ ਬੰਦਗੀ, ਚੱਲਣ ਅੱਜ ਕੇ ਕੱਲ। ਮੈਂ ਆਖ ਰਿਹਾ, ਐ ਸ਼ੇਖ ਬੰਦਗੀ ਕਰ, ਬੰਦਗੀ ਕਰ। ਅੱਜ ਗਿਆ
ते कल गया और सब कुछ चला जाएगा। वो जो तेरी कीती हुई बंदगी होवेगी वही तेरे नाल होवेगी। इस वास्ते बंदगी कर ले, बंदगी कर ले। बाबे फरीद दा इंज उपदेश। फरीदा मौते दा बन्ना इवें दिसे, ज्यों दरियावे ढाहा। अगे दोज़क तपिया सुनिए, हूल पवे कहा। इक नानू सब सोजी आई, इक फिर देवे परवाह। अमल जे कीतिया दुनी विच, से दरगे ओगाहा। जिस तरह दरिया जमीन नूं ढा लाई जा रहा है, इस तरह मौत जिंदगी नूं ढा लाई जा रही है। सुनिया अगे ते दोज़क है, जिथे हाहाकार मची हुई है। जलना है, तपना है, सड़ना है और कूकां पै रही ने। इक नानू सब सोजी आई, इक फिर दे वे परवाह। जिंदगी बारे, स्वर्ग बारे, नरक बारे, इस जहान बारे, उस जहान बारे, लोक बारे, परलोक बारे इक नानू ते सारी समझ आ गई और वो अपना लोक परलोक सवारन विच लग गए, जुट गए। पर एक फिर दे बेपरवाह, एक बिल्कुल बेनियाज होके, बेपरवाह होके परलोक नूं भुला के घूम रहे ने, फिर रहे ने, जी रहे ने। अमल जे कीतियां दुनी विच, से दरगे ओगाह। जिन्हां ने बंदगी की थी, जिन्हां ने प्रभु दा नाम जपिया, जिन्हां ने शुभ कर्म इकट्ठे कीते, परमात्मा दे दरगाह विच बस ओही गवाह बनणगे। छुटकारे दा साधन ओही होणगे। सुख ते आनंद यही झोली विच पा सकणगे, क्योंकि इन्हां कर्मां ने ही गवाही देनी है, होर कुछ भी नहीं। उस दे दरबार विच केवल कर्मां दी विचार आउंदी है। करमी करमी होए विचार, सच्चा आप सच्चा दरबार। इसदा रंग की है, इसदा रूप की है, इसदी भाषा की है, इसदी उम्र की है, इसदा मजहब की है, इसदा वतन की है, इसदा शहर केड़ा है, ये कोई पुछ नहीं आती। सिर्फ कर्म की पुछ आती है। और जिसदी पुछ आती है उस तो मनुख बेपरवाह फसे होया है। रंग दे च, रूप दे च, मजहब दे च, वतन दे च, भाषा दे च, नस्ल दे च, जात पात दे च, इसी दी धारणा बना के, इसे नूं ही मन के, इसे च जी रहे है। और जिस बारे पुछया जाना है और जिसदी विचार होनी है, उस बारे ते ये बिल्कुल बेनियाज, बिल्कुल बेपरवाह। बाबा फरीद कहते ने, गवाह तेरे शुभ आमाल बननगे, और कुछ भी नहीं। अगां चल के फरीद इन फरमान करते ने, फरीदा दरियावे कन्ने बगुला, बैठा केल करे। केल करेंदे हंज नूं, अचंते बाज पए। बाज पए तिस रब दे, केला विसरियां। जो मन चित ना चेते सन, सो गाली रब कियां। संसार दे दरिया दे कन्ने बैठा ए जीव रूपी बगला तरह तरह दियां केलां कर रहा है। मछलियां दी तलाश, डडुआं दी तलाश। दरअसल मनुख दी सारी जिंदगी
ਰਿਜ਼ਕ ਦੀ ਤਲਾਸ਼ ਦੇ 'ਚ ਹੀ ਲੰਘ ਜਾਂਦੀ ਹੈ, ਰੋਜ਼ੀ ਦੇਹਨ ਦੀ ਤਲਾਸ਼ ਦੇ 'ਚ ਨਹੀਂ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ, ਰਾਜ਼ਿਕ ਰਹੀਮ ਹੈ ਕਿ ਕਰਮੁਲ ਕਰੀਮ ਹੈ, ਰੋਜ਼ੀ ਦੇਹਿੰਦ ਹੈ ਕਿ ਰਾਜ਼ਿਕ ਰਹਿੰਦ ਹੈ। ਜਿੱਥੇ ਸੰਸਾਰ ਉਸੇ ਤੋਂ ਆਇਆ ਹੈ, ਰੋਜ਼ੀ ਵੀ ਉਸੇ ਤੋਂ ਆਈ ਹੈ, ਰਿਜ਼ਕ ਵੀ ਉਸੇ ਤੋਂ ਆਇਆ ਹੈ। ਰਿਜ਼ਕ ਕਰਕੇ ਤੂੰ ਰਾਜ਼ਿਕ ਨੂੰ ਭੁੱਲ ਨਾ, ਉਸ ਨੂੰ ਚੇਤੇ ਕਰ। ਪਰ ਫਰੀਦ ਕਹਿੰਦੇ ਨੇ, ਇਹ ਸੰਸਾਰ ਦਰਿਆ ਦੇ ਕੰਢੇ ਤੇ ਇਹ ਜੀਵ ਰੂਪੀ ਬਗਲਾ ਸਾਰੀ ਜ਼ਿੰਦਗੀ ਰਿਜ਼ਕ ਦੀ ਤਲਾਸ਼ ਦੇ 'ਚ ਹੀ ਗੁਜ਼ਾਰ ਦਿੰਦਾ ਹੈ, ਰਾਜ਼ਿਕ ਰਹੀਮ ਨੂੰ ਚੇਤੇ ਨਹੀਂ ਰੱਖਦਾ। ਔਰ ਦਰਿਆ ਦੇ ਕੰਢੇ ਤੇ ਬੈਠ ਕੇ ਲੱਭ ਰਿਹਾ ਹੈ ਮਛਲੀਆਂ, ਲੱਭ ਰਿਹਾ ਹੈ ਡੱਡੂ, ਲੱਭ ਰਿਹਾ ਹੈ ਕੀੜੇ ਮਕੌੜੇ, ਭਾਵ ਤਲਾਸ਼ ਕਰ ਰਿਹਾ ਹੈ ਆਪਣੇ ਮਨ ਭਾਉਂਦੇ ਪਦਾਰਥ, ਵਾਸ਼ਨਾ ਦੀ ਪੂਰਤੀ ਲਈ। ਇਸ ਤਰ੍ਹਾਂ ਦੇ ਕੇਲ ਦਰਿਆ ਦੇ ਕੰਢੇ ਤੇ ਕਰ ਹੀ ਰਿਹਾ ਸੀ। ਕੇਲ ਕਰੇਂਦੇ ਹੰਝ ਨੂੰ ਅਚਿੰਤੇ ਬਾਜ ਪਏ। ਹੰਝ, ਇਹ ਹੰਸ ਦੀ ਤਰ੍ਹਾਂ ਜੋ ਚਿੱਟਾ ਬਗਲਾ ਹੈ, ਜੋ ਇਹ ਕੇਲ ਕਰ ਰਿਹਾ ਸੀ, ਕਲੋਲ ਕਰ ਰਿਹਾ ਸੀ। ਇੱਕ ਮੱਛੀ ਪਕੜਨੀ, ਛੱਡ ਦੇਣੀ, ਖਾ ਲੈਣੀ, ਦੂਸਰੀ ਪਕੜਨੀ, ਅਚਨਚੇਤ ਬਾਜ਼ ਨੇ ਆ ਕੇ ਪਕੜ ਲਿਆ। ਮੌਤ ਦੇ ਬਾਜ਼ ਨੇ ਗਰਦਨ ਪਕੜ ਲਈ ਹੈ, ਮਰੋੜ ਦਿੱਤੀ ਹੈ। ਬਾਜ਼ ਪਏ ਤਿਸ ਰੱਬ ਦੇ ਕੇਲਾਂ ਵਿਸਰੀਆਂ। ਇਹ ਬਾਜ਼, ਇਹ ਮੌਤ ਪ੍ਰਮਾਤਮਾ ਦੀ ਬਣਾਈ ਹੋਈ। ਭੁੱਲ ਗਈਆਂ ਇਹ ਕੇਲਾਂ, ਭੁੱਲ ਗਏ ਇਹ ਕਲੋ, ਜੋ ਮਨ ਚਿਤ ਨ ਚੇਤੇ ਸਨ, ਸੋ ਗਾਲੀ ਰੱਬ ਕੀਆਂ। ਕਦੀ ਮੌਤ ਚੇਤੇ ਦੇ 'ਚ ਨਹੀਂ ਸੀ। ਐਸਾ ਵੀ ਹੋ ਸਕਦਾ ਹੈ ਕਦੀ ਖਿਆਲ ਹੀ ਨਹੀਂ ਆਇਆ। ਆਪਣੇ ਹੀ ਕੰਧਿਆਂ ਤੇ ਪਤਾ ਨਹੀਂ ਕਿਤਨਿਆਂ ਨੂੰ ਸ਼ਮਸ਼ਾਨ ਘਾਟ ਤੱਕ ਪਹੁੰਚਾਇਆ ਹੈ, ਪਰ ਖਿਆਲ ਹੀ ਨਹੀਂ ਆਇਆ ਕਿਸੇ ਦਿਨ ਮੈਂ ਵੀ ਪਹੁੰਚਣਾ ਹੈ। ਕਿਤਨੀਆਂ ਲਾਸ਼ਾਂ ਇਸਨੇ ਦੇਖੀਆਂ, ਕਦੀ ਖਿਆਲ ਵੀ ਨਹੀਂ ਆਇਆ ਕੋਈ ਮੇਰੀ ਲਾਸ਼ ਵੀ ਦੇਖੇਗਾ। ਜੋ ਗੱਲ ਚਿੱਤ ਦੇ 'ਚ ਨਹੀਂ ਸੀ, ਚੇਤੇ ਦੇ 'ਚ ਨਹੀਂ ਸੀ, ਉਹ ਗੱਲਾਂ ਪ੍ਰਮਾਤਮਾ ਨੇ ਕਰ ਛੱਡੀਆਂ, ਉਹ ਗੱਲਾਂ ਈਸ਼ਵਰ ਨੇ ਕਰ ਛੱਡੀਆਂ। ਇਸ ਦੇਹੀ ਦੀ ਰੂਪ ਰੇਖਾ ਬਾਬਾ ਫਰੀਦ ਇਸ ਢੰਗ ਨਾਲ ਅਗਾਂਹ ਚੱਲ ਕੇ ਫਰਮਾਨ ਕਰਦੇ ਨੇ। ਸਾਡੇ ਤ੍ਰੈ ਮਣ ਦੇਹੁਰੀ, ਚੱਲੇ ਪਾਣੀ ਅੰਨ, ਆਇਓ ਬੰਦਾ ਦੁਨੀ ਵਿੱਚ, ਵਤ ਅਸੂਣੀ ਬਨ। ਮਲਕਲ ਮੌਤ ਜਾਂ ਆਵਸੀ, ਸਭ ਦਰਵਾਜ਼ੇ ਭੰਨ। ਤਿੰਨਾ ਪਿਆਰਿਆਂ ਭਾਈਆਂ, ਅੱਗੇ ਦਿੱਤਾ ਬਨ। ਵੇਖੋ ਬੰਦਾ ਚੱਲਿਆ, ਚੌਂ ਜਣਿਆਂ ਦੇ ਕੰਨ। ਫਰੀਦਾ ਅਮਲ ਜੇ ਕੀਤੇ ਦੁਨੀ ਵਿੱਚ, ਦਰਗੇ ਆਏ ਕੰਮ। ਮਣ ਉਸ ਜ਼ਮਾਨੇ 'ਚ 28 ਸੇਰ ਦਾ। ਆਪ ਕਹਿੰਦੇ ਨੇ ਜੋ 3.5 ਮਣ ਦੀ ਦੇਹੁਰੀ ਹੈ, ਇਹ ਅੰਨ ਪਾਣੀ ਦੇ ਆਸਰੇ ਤੇ ਚੱਲਦੀ ਹੈ। ਇਹੀ ਇਸ ਦੇ ਚੱਲਣ ਦਾ ਸਹਾਰਾ ਹੈ। ਦੁਨੀਆ ਵਿੱਚ ਇਹ ਮਨੁੱਖ ਆਇਆ ਹੈ ਇੱਕ ਸੋਹਣੀ ਜਿਹੀ ਆਸ ਲੈ ਕੇ। ਕੀ ਆਸ ਕੀ ਇਹ ਜ਼ਿੰਦਗੀ ਬਣੀ ਰਹੇ, ਬਣੀ ਰਹੇ, ਮੈਂ ਜੀਵਦਾ ਹੀ ਰਵਾਂ, ਜੀਵਦਾ ਹੀ ਰਵਾਂ। ਜੈਸਾ ਹਾਂ ਜੀਵਦਾ ਰਵਾਂ। ਮਨੁੱਖ ਦੀ ਸਭ ਤੋਂ ਪਹਿਲੀ ਮੰਗ ਜੀਵਣਾ ਹੀ ਹੈ। ਫਿਰ ਜੀਵਨ ਲਈ ਸਭ ਕੁਝ ਮੰਗਦਾ ਹੈ, ਲੇਕਿਨ ਮੂਲ ਮੰਗ, ਪਹਿਲੀ ਮੰਗ ਜੀਵਨ ਦੀ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ,
ਜੀਵਨ ਦੀ ਇਹ ਮੰਗ ਕੋਈ ਬਹੁਤ ਥੋੜੀ ਨਹੀਂ ਬੜੀ ਲੰਬੀ ਏ। ਜੇ ਜੁਗ ਚਾਰੇ ਆਰ ਜਾ, ਹੋਰ ਦਸੋਣੀ ਹੋਏ ਇੱਕ ਇੱਕ ਯੁਗ ਲੱਖਾਂ ਸਾਲਾਂ ਵਰਗਾ, 4 ਯੁੱਗਾਂ ਵਰਗੀ ਆਯੂ ਹੋ ਜਾਏ, ਇਸ ਤੋਂ ਹੋਰ 10 ਗੁਣਾ ਵੱਧ ਜਾਏ। ਜਦ ਇਸ ਤਰ੍ਹਾਂ ਦੀ ਮਨੋਕਾਮਨਾ ਦੀ ਪੂਰਤੀ ਹੋਵੇ, ਜੀਵਨ ਦੀ ਲੰਬਾਈ ਨਸੀਬ ਹੋ ਜਾਏ, ਫਿਰ ਜੀਵਨ ਲਈ ਮਨੁੱਖ ਸਭ ਕੁਝ ਮੰਗਦਾ ਹੈ। ਮੈਂ ਸਾਰੀ ਦੁਨੀਆ ਦੇ ਜਾਣਿਆ ਜਾਵਾਂ, ਸਨਮਾਨਿਤ ਹੋਵਾਂ, ਸਨਮਾਨ ਲਈ ਹਰ ਇੱਕ ਨਾਲ ਚਲੇ ਔਰ ਹਰ ਥਾਂ ਤੇ ਸਨਮਾਨ ਕਰਨ ਵਾਲੇ ਮਿਲਣ। ਮਨੁੱਖ ਦੀ ਮੂਲ ਮੰਗ ਜੀਵਨ, ਫਿਰ ਜੀਵਨ ਲਈ ਇਹ ਸਭ ਕੁਝ ਮੰਗਦਾ ਹੈ। ਇੱਕ ਨਿੱਕੀ ਜਿਹੀ ਆਸ ਲੈ ਕੇ, ਇੱਕ ਸੋਹਣੀ ਜਿਹੀ ਆਸ ਲੈ ਕੇ ਇਹ ਬੰਦਾ ਇਸ ਦੁਨੀਆ ਦੇ ਚ ਆਇਆ। ਕਿਹੜੀ ਸੋਹਣੀ ਜਿਹੀ ਆਸ, ਜੀਵਦਾ ਰਵਾਂ। ਪਰ ਬਾਬਾ ਫਰੀਦ ਕਹਿੰਦੇ ਮਲਕਲ ਮੌਤ ਜਾਂ ਆਵਸੀ ਸਭ ਦਰਵਾਜ਼ੇ ਬੰਨ। ਉਹ ਮਲਕਲ ਮੌਤ ਜਦ ਆਈ ਘਰ ਵਿੱਚ ਤੇ ਸਰੀਰ ਦੇ 10 ਦਰਵਾਜ਼ਿਆਂ ਨੂੰ ਬੰਨ ਕੇ ਪ੍ਰਵੇਸ਼ ਕਰ ਜਾਏਗੀ। ਭਾਵ ਸਾਰੇ ਇੰਦਰੀ ਨਾਕਾਰਾ ਕਰ ਦੇਵੇਗੀ। ਫਿਰ ਕੀ ਹੋਵੇਗਾ? 3 ਪਿਆਰਿਆਂ ਭਾਈਆਂ ਅੱਗੇ ਦਿੱਤਾ ਬੰਨ ਦਿੱਤਾ ਹੈ, ਕਫਨ ਪਹਿਨਾ ਦਿੱਤਾ ਹੈ, ਅਰਥੀ ਸਜਾ ਦਿੱਤੀ ਹੈ, ਬੰਨ ਦਿੱਤੀ ਹੈ। ਉਹਨਾਂ ਨੇ ਜਿਨ੍ਹਾਂ ਨਾਲ ਪਿਆਰ ਸੀ, ਜੋ ਪਿਆਰੇ ਸਨ, ਜੋ ਭਰਾ ਸਨ, ਸੰਗੀ ਸਨ, ਸਾਥੀ ਸਨ, ਮਿੱਤਰ ਸਨ, ਪਿਆਰੇ ਸਨ, ਅੱਗੇ ਤੋਰ ਦਿੱਤਾ ਹੈ। ਵੇਖੋ ਬੰਦਾ ਚੱਲਿਆ 4 ਜਣਿਆਂ ਦੇ ਕੰਨ। ਉਸ ਮਨੁੱਖ ਦੇ ਤੇ ਚੱਲਣ ਦੀ ਬਿਸਾਤ ਵੀ ਨਹੀਂ ਰਹੀ। ਪੁਚਾ ਰਹੇ ਨੇ ਸ਼ਮਸ਼ਾਨ ਘਾਟ ਤੱਕ। 4 ਬੰਦੇ 4 ਚੁੱਕ ਕੇ ਲੈ ਜਾ ਰਹੇ ਨੇ। ਫਰੀਦਾ ਅਮਲ ਜੇ ਕੀਤੇ ਦੁਨੀਆ ਵਿੱਚ ਦਰਗੇ ਆਏ ਕੰਮ। ਜਿਹੜੇ ਸ਼ੁਭ ਕਰਮ ਕੀਤੇ ਉਹੀ ਦਰਗਾਹ ਵਿੱਚ ਕੰਮ ਆਏ। ਉਹਨਾਂ ਨੇ ਗਵਾਹੀ ਦਿੱਤੀ ਔਰ ਉਹਨਾਂ ਨੇ ਹੀ ਖੁਦਾ ਦੇ ਦਰਬਾਰ ਵਿੱਚ ਪਰਲੋਕ ਵਿੱਚ ਸੁਰਖਰੂ ਕੀਤਾ, ਲੱਜਾ ਰੱਖੀ। ਫਰੀਦਾ ਹੋਂ ਬਲਹਾਰੀ 3 ਪੰਖੀਆਂ, ਜੰਗਲ ਜਿਨ੍ਹਾਂ ਵਾਸ। ਕੱਕਰ ਚੁਗਨ ਫਲ ਵਸਨ, ਰੱਬ ਨਾ ਛੋੜਨ ਪਾਸ। ਸਦਕੇ ਹਾਂ ਮੈਂ ਨਾ ਪੰਛੀਆਂ ਤੋਂ। ਬੜੀ ਪ੍ਰਾਕਿਰਤਿਕ ਜ਼ਿੰਦਗੀ ਜੀ ਰਹੇ ਨੇ। ਭਾਵੇਂ ਕੱਲ ਰਹੀ ਇਹਨਾਂ ਕੋਲ ਦਾਣਿਆਂ ਦਾ ਸਟਾਕ ਨਹੀਂ, ਪਰ ਰਾਤ ਨੂੰ ਗੀਤ ਗਾਉਂਦਿਆਂ ਹੋਇਆਂ ਸੌ ਰਹੇ ਨੇ, ਸਵੇਰੇ ਗੀਤ ਗਾਉਂਦਿਆਂ ਹੋਇਆਂ ਉੱਠ ਰਹੇ ਨੇ। ਚਹਿਚਹਾਣਾ ਤੇ ਗੀਤ ਬਸ ਸਿਰਫ ਪੰਛੀਆਂ ਕੋਲ ਹੀ ਰਹਿ ਗਏ ਨੇ। ਮਨੁੱਖ ਤੇ ਕਿਤਨੇ ਰੋਣੇ ਲੈ ਕੇ ਸੌਂਦਾ ਹੈ ਔਰ ਕਿਤਨੀਆਂ ਚਿੰਤਾਵਾਂ ਲੈ ਕੇ ਉੱਠਦਾ ਹੈ। ਇਹੀ ਇੱਕ ਨੇ ਜੰਗਲ ਦੇ ਪੰਛੀ ਜੋ ਗੀਤ ਗਾਉਂਦੇ ਹੋਏ ਸ਼ਾਮ ਨੂੰ ਘਰ ਵਾਪਸ ਆਉਂਦੇ ਨੇ। ਗੀਤ ਗਾਉਂਦਿਆਂ ਹੋਇਆਂ ਹੀ ਸੋ ਜਾਂਦੇ ਨੇ ਔਰ ਗੀਤ ਗਾਉਂਦਿਆਂ ਹੋਇਆਂ ਹੀ ਸਵੇਰੇ ਉੱਠਦੇ ਨੇ, ਚਹਿਚਹਾਉਂਦੇ ਹੋਏ, ਗੀਤ ਗਾਉਂਦੇ ਹੋਏ। ਇਹ ਇਹਨਾਂ ਦੀ ਝੋਲੀ ਵਿੱਚ ਦੇਖਣ ਨੂੰ ਮਿਲਦਾ ਹੈ। ਭਾਵੇਂ ਕੱਕਰ ਚੁਗਦੇ ਨੇ, ਰੋੜੇ ਚੁਗਦੇ ਨੇ, ਪਰ ਈਸ਼ਵਰ ਦੀ ਆਸ ਨਹੀਂ ਛੋੜਦੇ। ਭਾਵ ਜਿਸਨੇ ਅੱਜ ਦਿੱਤਾ ਹੈ ਉਸਨੇ ਕੱਲ ਵੀ ਦੇਣਾ ਹੈ, ਐਸੀ ਆਸ ਪੰਛੀਆਂ ਦੀ ਹੈ। ਰਿਜ਼ਕ ਬਾਰੇ ਕਦੀ ਨਿਰਾਸ਼ ਨਹੀਂ ਹੁੰਦੇ ਪੰਛੀ। ਰਿਜ਼ਕ ਬਾਰੇ ਅਕਸਰ ਮਨੁੱਖ ਹੀ ਨਿਰਾਸ਼ ਹੁੰਦਾ ਹੈ। ਉਸ ਦੇ ਅੰਦਰ ਹੀ ਖਿਆਲ ਆਉਂਦਾ ਹੈ ਅੱਜ ਮਿਲਿਆ, ਪਤਾ ਨਹੀਂ ਕੱਲ ਮਿਲਣਾ ਹੈ ਕਿ ਨਹੀਂ। ਫਰੀਦਾ ਰੁੱਤ ਫਿਰੀ ਵਣ ਕੰਬਿਆ, ਪੱਤ ਝੜੇ ਝੜ ਪਾਏ। ਚਾਰੇ ਕੁੰਡਾ ਢੂੰਡਿਆ, ਰਹਿਣ ਕਿਥਾਉ ਨਾਏ। ਰੁੱਤ ਬਦਲੀ ਹੈ, ਮੌਸਮੇ ਬਹਾਰ ਮੌਸਮੇ ਖਿਜ਼ਾਂ ਵਿੱਚ ਤਬਦੀਲ ਹੋਇਆ ਹੈ।
ਪਤਝੜ ਦੀ ਰੁੱਤ ਆ ਗਈ ਹੈ। ਪਰ ਇਹ ਪਤਝੜ ਦੀ ਰੁੱਤ ਸਿਰਫ ਜ਼ਮੀਨ ਤੇ ਹੀ ਨਹੀਂ ਆਉਂਦੀ ਕਿ ਦਰਖਤਾਂ ਦੇ ਪੱਤੇ ਝੜਦੇ ਨੇ। ਪਤਝੜ ਦੀ ਰੁੱਤ ਸਰੀਰ ਤੇ ਵੀ ਆਉਂਦੀ ਹੈ। ਇੰਦਰੀਆਂ ਦੇ ਪੱਤੇ ਝੜਨ ਲੱਗ ਪੈਂਦੇ ਨੇ, ਖਲੜੀ ਕੁੰਬਲਾਉਣ ਲੱਗ ਪੈਂਦੀ ਹੈ, ਨੇਤਰ ਕਮਜ਼ੋਰ ਹੋਣ ਲੱਗ ਪੈਂਦੇ ਨੇ, ਦੰਦ ਟੁੱਟਣ ਲੱਗ ਪੈਂਦੇ ਨੇ, ਇਹ ਪੱਤੇ ਝੜਨ ਲੱਗ ਪੈਂਦੇ ਨੇ। ਚਾਰੇ ਕੁੰਡਾਂ ਢੂੰਡੀਆਂ ਰਹਿਣ ਕਿਥਾਉ ਨਾ ਹੈ। ਭਾਵੇਂ ਧਰਤੀ ਦੇ ਚਾਰੇ ਕੋਣੇ ਛਾਣ ਮਾਰੇ ਨੇ, ਸਦੀਵੀ ਜੀਵਨ ਤੇ ਕਿਧਰੇ ਵੀ ਨਹੀਂ ਹੈ, ਸਦੀਵੀ ਬਹਾਰ ਤੇ ਕਿਧਰੇ ਵੀ ਨਹੀਂ ਹੈ। ਆਉਂਦੀ ਹੈ ਪਤਝੜ, ਝੜਦੇ ਨੇ ਪੱਤੇ, ਔਰ ਇੱਕ ਦਿਨ ਐਸਾ ਆਉਂਦਾ ਹੈ ਦਰਖਤ ਵੀ ਢਹਿ ਹੋ ਜਾਂਦਾ ਹੈ। ਪ੍ਰਕਿਰਤੀ ਦੇ ਵਿੱਚ ਪਰਿਵਰਤਨ ਹੈ, ਪਰ ਇਸ ਪਰਿਵਰਤਨ ਦੇ ਦਾਇਰੇ ਵਿੱਚ ਮਨੁੱਖ ਦੀ ਕਾਇਆ ਵੀ ਆਉਂਦੀ ਹੈ, ਮਨੁੱਖ ਦਾ ਸਰੀਰ ਵੀ ਆਉਂਦਾ ਹੈ। ਫਰੀਦਾ ਪਾੜ ਪਟੋਲਾ ਧਜ ਕਰੀ, ਕੰਬਲੜੀ ਪੈਰੇ, ਜਿਨੀ ਵੇਸੀ ਸੋ ਮਿਲੇ, ਸੇ ਵੇਸ ਕਰੇ। ਰੇਸ਼ਮੀ ਕਪੜੇ ਫਾੜ ਦੇਣਾ, ਕੰਬਲੀ ਪਹਿਨ ਲੈਣਾ। हे खुदा, दस तू किहड़े वेश दे च मिलेगा? जिस वेश दे च तो मिले हैं मैं उही धारण कर लेना, मैं उही पहन लेना। क्या वाकई परमात्मा किसे वेश द्वारा मिलता है, खास किसे कपड़े च मिलता है? फरीद दे इह सलोक तो किधरे भुलेखा ना पै जाए तो धन गुरु अमरदास जी महाराज ने अगले श्लोक विच निखेड़ा कर दिता है कि फरीद दरअसल विच जो कुछ कहना चाहते ने वो ये है। महला तीजा, काय पटोला पाड़ती, कंबलड़ी पैरे, नानक घर ही बैठिया सो मिले, जे नियत रास करे। क्यों रेशमी कपड़े फाड़दा, क्यों कंबली पहनदा? नीयत रास कर लईए, मन नूं शुद्ध कर लईए। घर बैठे ही प्रभु की प्राप्ति है, खुदा की प्राप्ति है, खुदा ते मिलदा है। नीयत साफ कर दिया, वेशभूषा दे जो है बदल दिया नहीं। ये गल वखरी है कि फकीर लोगां दे सादे लिबास परमात्मा की प्राप्ति का कारण साधन लोगों ने समझ लिया, पर लोगों का भुलेखा। बाबा फरीद भी दरअसल यही कह रहे ने, हे परिपूर्ण परमात्मा तो किस तरह मिल सकता है? ढंग दस, तौर तरीका दस। किसी वेशभूषा ते वो जोर नहीं दे रहे, पर उदाहरण वजों कह रहे ने, हे प्रभु तू किस वेश दे च मिलेगा, किस रूप दे जो है मिलेगा।